हाँ जी स्टूडेंट्स, प्रीवियस वीडियो ਦੇ ਵਿੱਚ ਆਪਾਂ ਜਿਹੜੀਆਂ ਕੁਆਲਿਟੀਜ਼ ਸੀਗੀਆਂ ਉਹ ਪੜ੍ਹੀਆਂ ਸੀਗੀਆਂ ਇੱਕ ਲੀਡਰ ਦੀਆਂ। ਅੱਜ ਆਪਾਂ ਪੜਾਂਗੇ ਟੈਕਨੀਕਸ। ਵੈਸੇ ਇਹਨਾਂ ਨੇ ਉੱਪਰ ਟੈਕਨੀਕ ਇਹਦਾ ਹੈਡਿੰਗ ਦਿੱਤਾ ਤਾਂ ਇੱਥੇ ਹੈਡਿੰਗ ਹੋਣਾ ਚਾਹੀਦਾ ਸੀ ਰੋਲ ਆਫ ਲੀਡਰਸ਼ਿਪ। ਠੀਕ ਆ, ਮਤਲਬ ਇੱਕ ਲੀਡਰ ਕੀ ਰੋਲ ਪਲੇ ਕਰਦਾ ਜਾਂ ਵਾਟ ਇਜ਼ ਦਾ ਰੋਲ ਆਫ ਅ ਲੀਡਰ। ਤਾਂ ਉਹਦੇ ਅਕੋਰਡਿੰਗ ਤੁਸੀਂ ਇਹ ਪੁਆਇੰਟਸ ਲਰਨ ਕਰ ਲਿਓ। ਫਸਟ ਪੁਆਇੰਟ ਇਜ਼ ਅ ਲੀਡਰ ਮਸਟ ਇਨਫਲੂਐਂਸ ਐਂਡ ਇਨਕਰੇਜ ਪੀਪਲ ਫॉर द ਅਚੀਵਮੈਂਟ ਆਫ ਸਪੈਸੀਫਿਕ ਓਬਜੈਕਟਿਵਸ। ਸੋ ਇੱਕ ਲੀਡਰ ਨੂੰ ਕੀ ਕਰਨਾ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਇਨਫਲੂਐਂਸ ਕਰੇ ਐਂਡ ਉਹਨਾਂ ਨੂੰ ਇਨਕਰੇਜ ਕਰੇ ਤਾਂ ਕਿ ਉਹਦੇ ਓਬਜੈਕਟਿਵਸ ਨੇ ਉਹਨਾਂ ਨੂੰ ਅਚੀਵ ਕਰ ਸਕਣ। A leader must try to get cooperation from the people as per their will। ਸੋ ਇੱਕ ਲੀਡਰ ਨੂੰ ਚਾਹੀਦਾ ਕਿ ਉਹ ਕੋਸ਼ਿਸ਼ ਕਰੇ ਕਿ ਉਹ ਉਹਨਾਂ ਲੋਕਾਂ ਤੋਂ ਸਹਿਯੋਗ ਲੈ ਸਕੇ ਜਿਨ੍ਹਾਂ ਤੋਂ ਉਹ ਉਹਨਾਂ ਦੀ ਵਿਸ਼ ਦੇ ਅਕੋਰਡਿੰਗ, ਆਪਦੀ ਵਿਸ਼ ਦੇ ਅਕੋਰਡਿੰਗ ਕੰਮ ਕਰਵਾਉਣਾ ਚਾਹੁੰਦਾ। ਠੀਕ ਆ, ਨੈਕਸਟ ਹੈ ਆ ਲੀਡਰ ਮਸਟ ਕੰਸਲਟ ਇੰਪਲੋਈਜ਼ ਬਿਫੋਰ ਮੇਕਿੰਗ ਐਨੀ ਪੋਲਿਸੀ ਔਰ ਪ੍ਰੋਗਰਾਮ। ਲੀਡਰ ਨੂੰ ਚਾਹੀਦਾ ਹੈ ਕਿ ਜੇ ਉਹਨੇ ਕੋਈ ਵੀ ਪੋਲਿਸੀ ਜਾਂ ਪ੍ਰੋਗਰਾਮ ਬਣਾਉਣਾ ਉਸ ਤੋਂ ਪਹਿਲਾਂ ਆਪਦੇ ਇੰਪਲੋਈਜ਼ ਦੇ ਨਾਲ ਗੱਲਬਾਤ ਕਰੇ, ਕੰਸਲਟ ਕਰੇ। A leader should adopt effective methods for communication in the organization। ਇੱਕ ਲੀਡਰ ਨੂੰ ਚਾਹੀਦਾ ਹੈ ਕਿ ਉਹ ਜਿਹੜੇ ਇਫੈਕਟਿਵ ਤਰੀਕੇ ਆ ਉਹਨਾਂ ਨੂੰ ਯੂਜ਼ ਕਰੇ ਆਪਦੀ ਔਰਗਨਾਈਜੇਸ਼ਨ ਦੇ ਵਿੱਚ, ਕਾਹਦੇ ਲਈ? ਗੱਲਬਾਤ ਕਰਨ ਦੇ ਲਈ। ਨੈਕਸਟ ਹੈ, ਅ ਲੀਡਰ ਮਸਟ ਮੋਟੀਵੇਟ ਦ ਇੰਪਲੋਈਜ਼ ਟੂ ਮੇਕ ਦੈਮ ਵਰਕ ਵਿਦ ਹਾਈ ਲੈਵਲ ਆਫ ਐਫੀਸ਼ੀਐਂਸੀ। ਲੀਡਰ ਨੂੰ ਚਾਹੀਦਾ ਹੈ ਕਿ ਉਹ ਆਪਦੇ ਇੰਪਲੋਈਜ਼ ਨੂੰ ਮੋਟੀਵੇਟ ਕਰੇ, ਉਤਸ਼ਾਹਿਤ ਕਰੇ ਤਾਂ ਕਿ ਉਹ ਹਾਈ ਲੈਵਲ ਆਫ ਐਫੀਸ਼ੀਐਂਸੀ ਨਾਲ ਵਰਕ ਕਰ ਸਕਣ। A leader should make efforts to enhance the self confidence of the employees। ਲੀਡਰ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰੇ ਕਿ ਉਹਦੇ ਜਿਹੜੇ ਇੰਪਲੋਈਜ਼ ਆ ਉਹਨਾਂ ਦਾ ਜਿਹੜਾ ਆਤਮ ਵਿਸ਼ਵਾਸ ਆ ਉਹ ਇਨਕਰੀਜ਼ ਹੋ ਸਕੇ। A leader should take all the decisions with intelligence, clarity, determination and then he must implement those decisions with efficiency। ਲੀਡਰ ਨੂੰ ਚਾਹੀਦਾ ਹੈ ਕਿ ਉਹ ਆਪਦੇ ਸਾਰੇ ਫੈਸਲੇ ਪੂਰੇ ਇੰਟੈਲੀਜੈਂਸ ਤਰੀਕੇ ਨਾਲ ਜਾਂ ਕਰੀਏ ਆਪਾਂ ਪੂਰੇ ਪ੍ਰੋਪਰ ਸਹੀ ਤਰੀਕੇ ਨਾਲ ਲਵੇ। ਠੀਕ ਆ, ਸੋਚ ਸਮਝ ਕੇ ਕਲੀਅਰਲੀ ਲਵੇ, ਉਹਦੇ ਵਿੱਚ ਕਿਸੇ ਨੂੰ ਕੋਈ ਕਨਫਿਊਜ਼ਨ ਨਾ ਹੋਵੇ। ਐਂਡ ਡਿਟਰਮੀਨੇਸ਼ਨ ਹੁੰਦਾ ਇੱਕ ਦ੍ਰਿੜ ਨਿਸ਼ਚੇ ਦੇ ਨਾਲ ਲਵੇ ਐਂਡ ਉਹਨਾਂ ਨੂੰ ਫਿਰ ਲਾਗੂ ਵੀ ਕਰੇ। ਠੀਕ ਆ, ਐਫੀਸ਼ੀਐਂਸੀ ਦੇ ਨਾਲ। A leader must use his authority as per needs without any fear or hesitation। ਲੀਡਰ ਦੇ ਕੋਲ ਜੋ ਵੀ ਉਹਨੂੰ ਪਾਵਰ ਮਿਲੀ ਹੋਈ ਆ ਉਹਨੂੰ ਉਹ ਯੂਜ਼ ਕਰੇ ਬਿਨਾਂ ਕਿਸੇ ਡਰ ਤੋਂ ਅਤੇ ਬਿਨਾਂ ਕਿਸੇ ਝਿਜਕ ਤੋਂ। In order to make the employees to work efficiently, he should give due recognition to their efforts। ਸੋ ਜੇ ਉਹ ਚਾਹੁੰਦਾ ਵਾ ਕਿ ਉਹਦੇ ਇੰਪਲੋਈਜ਼ ਐਫੀਸ਼ੀਐਂਟ ਤਰੀਕੇ ਨਾਲ ਵਰਕ ਕਰਨ ਤਾਂ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਉਹ ਅਹਿਮੀਅਤ ਦੇਵੇ, ਰੈਕਗਨੀਸ਼ਨ ਦੇਵੇ। A leader must create a constructive environment for the achievement of organizational objective। ਇਸ ਤੋਂ ਇਲਾਵਾ ਲੀਡਰ ਨੂੰ ਚਾਹੀਦਾ ਹੈ ਕਿ ਉਹ ਇੱਕ ਵਧੀਆ ਕੰਸਟਰਕਟਿਵ ਇਨਵਾਇਰਮੈਂਟ ਵੀ ਬਣਾਵੇ ਆਰਗੇਨਾਈਜੇਸ਼ਨ ਦੇ ਵਿੱਚ ਤਾਂ ਕਿ ਜਿਹੜੇ ਆਬਜੈਕਟਿਵ ਉਹਨਾਂ ਨੂੰ ਅਚੀਵ ਕੀਤਾ ਜਾ ਸਕੇ। ਨੈਕਸਟ ਟੌਪਿਕ ਆਪਣੇ ਕੋਲ ਹੈ ਲੀਡਰਸ਼ਿਪ ਸਟਾਈਲਸ। ਲੀਡਰਸ਼ਿਪ ਸਟਾਈਲ ਅਡੋਪਟਡ ਬਾਈ ਐਨੀ ਲੀਡਰ ਫॉर द ਪਰਪਜ਼ ਆਫ ਲੀਡਰਸ਼ਿਪ ਡਿਪੈਂਡਸ ਅਪੋਨ ਟਾਈਮ ਐਂਡ ਸਰਕਮਸਟਾਂਸਿਸ। ਕਈ ਤਰੀਕੇ ਦੇ ਲੀਡਰਸ਼ਿਪ ਸਟਾਈਲ ਹੁੰਦੇ ਆ ਜਿਹੜੇ ਕਿ ਕੋਈ ਵੀ ਲੀਡਰ ਅਡੋਪਟ ਕਰਦੇ ਨੇ। ਠੀਕ ਆ, ਹੁਣ ਉਹ ਡਿਪੈਂਡ ਕਰਦਾ ਸਮੇਂ ਦੇ ਹਿਸਾਬ ਨਾਲ ਜਾਂ ਸਰਕਮਸਟਾਂਸ, ਹਾਲਾਤ ਦੇ ਹਿਸਾਬ ਨਾਲ। ਪਰਸਨੈਲਿਟੀ ਆਫ ਲੀਡਰ, ਹਿਜ਼ ਥਿੰਕਿੰਗ, ਹਿਜ਼ ਐਕਸਪੀਰੀਅੰਸ ਐਂਡ ਹਿਜ਼ ਕੁਆਲਿਟੀਜ਼ ਆਲਸੋ ਹੈਵ ਏ ਇੰਪੋਰਟੈਂਟ ਇਨਫਲੂਐਂਸ ਔਨ ਹਿਜ਼ ਲੀਡਰਸ਼ਿਪ ਸਟਾਈਲ। ਇੱਕ ਲੀਡਰ ਦੀ ਪਰਸਨੈਲਿਟੀ ਕਿੱਦਾਂ ਦੀ, ਉਹਦੀ ਸੋਚ ਕਿੱਦਾਂ ਦੀ, ਉਹਦਾ ਐਕਸਪੀਰੀਅੰਸ ਕਿੱਦਾਂ ਦਾ ਹੈ ਜਾਂ ਉਹਦੇ ਵਿੱਚ ਕੀ ਕੁਆਲਿਟੀਜ਼ ਨੇ, ਇਹ ਕੁਛ ਇੱਦਾਂ ਦੇ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਉਹਦੇ ਲੀਡਰਸ਼ਿਪ ਸਟਾਈਲ ਨੂੰ ਇਫੈਕਟ ਕਰਦੇ ਆ, ਪ੍ਰਭਾਵਿਤ ਕਰਦੇ ਆ। Leadership styles adopted by various leaders are classified mainly on the basis of method of use of authority by them। ਸੋ ਇਹਦੇ ਵਿੱਚ ਕੁਛ ਮੈਥਡਸ ਨੇ ਵੀ ਜਿਹਦੇ ਨਾਲ ਉਹ ਆਪਦੀ ਅਥੋਰਿਟੀ ਯੂਜ਼ ਕਰਦਾ, ਉਹਦੇ ਹਿਸਾਬ ਨਾਲ ਆਪਾਂ ਇਹਨਾਂ ਨੂੰ ਵੰਡ ਸਕਦੇ ਹਾਂ। On this basis leadership styles can be classified in 3 main types। ਤਿੰਨ ਤਰੀਕਿਆਂ ਦੇ ਵਿੱਚ ਆਪਾਂ ਲੀਡਰਸ਼ਿਪ ਸਟਾਈਲਸ ਨੂੰ ਵੰਡ ਸਕਦੇ ਹਾਂ। ਫਸਟ ਹੈ ਇਹਨਾਂ ਦੇ ਵਿੱਚ ਆਟੋਕ੍ਰੈਟਿਕ ਔਰ ਅਥੋਰਿਟੇਰੀਅਨ ਲੀਡਰਸ਼ਿਪ ਸਟਾਈਲ। Such a leadership style under which absolute authority is concentrated in the hands of the leader and the subordinates have no role to play in the decision making process is known as autocratic leadership style। ਆਟੋਕ੍ਰੈਟਿਕ ਦਾ ਮਤਲਬ ਹੈ ਜਿਵੇਂ ਆਪਦੀ ਮਰਜ਼ੀ ਨਾਲ ਚਲਾਉਣਾ। ਠੀਕ ਆ, ਇਹ ਇਸ ਤਰ੍ਹਾਂ ਦਾ ਲੀਡਰਸ਼ਿਪ ਸਟਾਈਲ ਹੈ ਜਿਹਦੇ ਵਿੱਚ ਐਬਸੋਲੂਟ ਅਥੋਰਿਟੀ ਮਤਲਬ ਸਾਰੀ ਦੀ ਸਾਰੀ ਪਾਵਰ ਕਿਹਦੇ ਹੱਥ 'ਚ ਹੁੰਦੀ ਆ? ਲੀਡਰ ਦੇ ਹੱਥ 'ਚ ਹੁੰਦੀ ਆ। ਐਂਡ ਸਬੋਰਡੀਨੇਟਸ ਨੂੰ ਕੋਈ ਵੀ ਡਿਸੀਜ਼ਨ ਲੈਣ ਦਾ ਜਾਂ ਡਿਸੀਜ਼ਨ ਮੇਕਿੰਗ ਪ੍ਰੋਸੈਸ ਦੇ ਵਿੱਚ ਉਹਨਾਂ ਦਾ ਕੋਈ ਵੀ ਰੋਲ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਦੇ ਲੀਡਰਸ਼ਿਪ ਸਟਾਈਲ ਨੂੰ ਅਸੀਂ ਆਟੋਕ੍ਰੈਟਿਕ ਲੀਡਰਸ਼ਿਪ ਸਟਾਈਲ ਕਹਿੰਦੇ ਹਾਂ। ਇਸ ਤੋਂ ਇਲਾਵਾ ਇਹਨੂੰ ਅਥੋਰਿਟੇਰੀਅਨ ਲੀਡਰਸ਼ਿਪ ਸਟਾਈਲ ਜਾਂ ਫਿਰ ਡਾਇਰੈਕਟਿਵ ਸਟਾਈਲ ਆਫ ਲੀਡਰਸ਼ਿਪ ਵੀ ਬੋਲਦੇ ਆ। ਸੋ ਤਿੰਨ ਨੇਮ ਨੇ ਇਹਦੇ, ਤਾਂ ਇਹਨਾਂ ਤਿੰਨਾਂ ਨੂੰ ਤੁਸੀਂ ਧਿਆਨ ਨਾਲ ਲਰਨ ਕਰ ਲਿਓ। ਠੀਕ ਆ, under this leadership style all the decisions are taken by the leader himself and orders are passed to the subordinates through one-sided communication। ਇਸ ਦੇ ਵਿੱਚ ਜਿੰਨੇ ਵੀ ਫੈਸਲੇ ਆ ਉਹ ਸਾਰੇ ਇੱਕ ਲੀਡਰ ਦੁਆਰਾ ਲਏ ਜਾਂਦੇ ਆ। ਠੀਕ ਆ, ਐਂਡ ਉਸ ਤੋਂ ਬਾਅਦ ਉਹ ਸਾਰੇ ਆਰਡਰ ਪਾਸ ਕੀਤੇ ਜਾਂਦੇ ਆ subordinates ਨੂੰ
ਥਰੂ ਵਨ ਸਾਈਡਡ ਕਮਿਊਨੀਕੇਸ਼ਨ, ਮਤਲਬ ਇੱਕ ਪਾਸੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਤੁਸੀਂ ਇਹ ਕਰਨਾ, ਆਹ ਕਰਨਾ, ਠੀਕ ਆ। ਇਹ ਨਹੀਂ ਦੱਸਿਆ ਜਾਂਦਾ ਵੀ ਤੁਸੀਂ ਕੀ ਚਾਹੁੰਦੇ ਹੋ, ਠੀਕ ਆ। ਉਹਨਾਂ ਤੋਂ ਉਹਨਾਂ ਦੀ ਵਿਸ਼ ਨਹੀਂ ਪੁੱਛੀ ਜਾਂਦੀ ਹੈਗੀ। It is his wish that a subordinate should respect his decisions and obey his orders without any opposition। ਉਹਦੀ ਇੱਛਾ ਇਹ ਹੁੰਦੀ ਆ ਉਸ ਲੀਡਰ ਦੀ ਜਿਹੜਾ ਆਟੋਕ੍ਰੈਟਿਕ ਲੀਡਰਸ਼ਿਪ ਸਟਾਈਲ ਨੂੰ ਯੂਜ਼ ਕਰ ਰਿਹਾ ਹੁੰਦਾ ਵੀ ਮੇਰੇ ਜਿਹੜੇ ਸਬੋਰਡੀਨੇਟਸ ਆ ਉਹ ਮੇਰੇ ਇਸ ਫੈਸਲੇ ਦੀ ਰਿਸਪੈਕਟ ਕਰਨ ਐਂਡ ਇਹਨੂੰ ਬਿਨਾਂ ਕਿਸੇ ਵਿਰੋਧ ਤੋਂ ਅਪਣਾ ਲੈਣ, ਠੀਕ ਆ। ਹੁਣ ਜਿਹੜਾ ਇਸ ਤਰ੍ਹਾਂ ਦਾ ਲੀਡਰਸ਼ਿਪ ਸਟਾਈਲ ਹੈ ਇਹ ਕਿੱਥੇ ਕਿੱਥੇ ਸੂਟੇਬਲ ਹੈ। ਪਹਿਲਾ ਪੁਆਇੰਟ ਹੈ ਇਹ ਸਟਾਈਲ ਉੱਥੇ ਸੂਟੇਬਲ ਆ ਦੇਅਰ ਇਜ਼ ਨੀਡ ਫॉर ਮੇਕਿੰਗ ਕੁਇਕ ਡਿਸੀਜਨ, ਜਿੱਥੇ ਸਾਨੂੰ ਜਲਦੀ ਨਾਲ ਫੈਸਲੇ ਲੈਣ ਦੀ ਲੋੜ ਆ ਤਾਂ ਸਾਨੂੰ ਉੱਥੇ ਇਹ ਵਰਤ ਲੈਣਾ ਚਾਹੀਦਾ ਆਟੋਕ੍ਰੈਟਿਕ। ਨੈਕਸਟ ਹੈ ਇਹਦੇ ਵਿੱਚ it is essential to achieve a specific level of labor productivity। ਇੱਥੇ ਜੇ ਸਾਨੂੰ ਲੱਗਦਾ ਵੀ ਸਾਨੂੰ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਕਾਫੀ ਹਾਈ ਲੈਵਲ ਤੱਕ ਦੀ ਆਊਟਪੁੱਟ ਚਾਹੀਦੀ ਆ ਜਾਂ ਪ੍ਰੋਡਕਟੀਵਿਟੀ ਚਾਹੀਦੀ ਹੈ ਲੇਬਰ ਤੋਂ, ਤਾਂ ਉੱਥੇ ਵੀ ਇਹ ਲਾਗੂ ਕੀਤਾ ਜਾ ਸਕਦਾ ਇਹ ਵਾਲਾ ਸਟਾਈਲ। ਦ ਟਾਸਕ ਹੈਜ਼ ਟੂ ਬੀ ਕੰਪਲਿਸ਼ਡ ਥਰੂ ਫੀਅਰ ਔਰ ਪਨਿਸ਼ਮੈਂਟ, ਜਿੱਥੇ ਅਸੀਂ ਚਾਹੁੰਦੇ ਹਾਂ ਵੀ ਚਾਹੇ ਉਹਨਾਂ ਨੂੰ ਡਰਾ ਕੇ ਕੰਮ ਕਰਵਾ ਲਿਆ ਜਾਵੇ ਇੰਪਲੋਈਜ਼ ਤੋਂ, ਤਾਂ ਉੱਥੇ ਇਹ ਸਟਾਈਲ ਇੰਪਲੀਮੈਂਟ ਕੀਤਾ ਜਾ ਸਕਦਾ। ਨੈਕਸਟ ਇਹਦੇ ਵਿੱਚ ਦ ਇੰਪਲੋਈਜ਼ ਆਰ ਨਾਟ ਐਜੂਕੇਟਡ ਔਰ ਐਕਸਪੀਰੀਅੰਸ, ਜਿੱਥੇ ਜਿਹੜੇ ਇੰਪਲੋਈ ਆ ਜਿਨ੍ਹਾਂ ਤੋਂ ਆਪਾਂ ਕਹਿੰਦੇ ਕੋਈ ਸਲਾਹ ਲੈਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਇਹਨੇ ਇੰਪਲੋਈ ਪੜ੍ਹੇ ਲਿਖੇ ਨਹੀਂ ਹੈਗੇ, ਲੇਬਰ ਵਾਲਾ ਕੰਮ ਹੀ ਆ, ਨਾ ਹੀ ਉਹਨਾਂ ਨੂੰ ਬੜਾ ਐਕਸਪੀਰੀਅੰਸ ਆ, ਤਾਂ ਉੱਥੇ ਆਟੋਕ੍ਰੈਟਿਕ ਚੱਲ ਸਕਦਾ। ਦ ਲੀਡਰ ਵਾਂਟਸ ਟੂ ਡੋਮੀਨੇਟ ਦ ਆਰਗੇਨਾਈਜੇਸ਼ਨ, ਜਿੱਥੇ ਲੀਡਰ ਦੀ ਇਹ ਇੱਛਾ ਹੋਵੇ ਕਿ ਮੇਰਾ ਦਬਦਬਾ ਬਣਿਆ ਰਹੇ ਆਰਗੇਨਾਈਜੇਸ਼ਨ ਦੇ ਵਿੱਚ, ਤਾਂ ਉੱਥੇ ਇਹ ਸਟਾਈਲ ਚੱਲ ਸਕਦਾ। ਹੁਣ ਇਹਨੂੰ ਡਾਇਗਰਾਮੈਟਿਕਲੀ ਐਕਸਪਲੇਨ ਕੀਤਾ, ਆਹ ਲੀਡਰ ਸ਼ੋ ਕੀਤਾ ਵਾ ਅਤੇ ਇਹ ਸਿਰਫ ਆਰਡਰ ਦੇ ਰਿਹਾ ਸਬੋਰਡੀਨੇਟਸ ਨੂੰ, ਠੀਕ ਆ। ਸੋ ਇੱਥੋਂ ਜੇ ਇਹ ਐਰੋ ਵਾਪਸ ਮੁੜ ਕੇ ਇੱਧਰ ਨੂੰ ਜਾਂਦਾ ਇਟ ਮੀਨਸ ਫਿਰ 2 ਵੇ ਕਮਿਊਨੀਕੇਸ਼ਨ ਹੋਣੀ ਸੀ, ਬਟ ਹੁਣ ਇਹਦੇ ਵਿੱਚ 1 ਸਾਈਡਡ ਕਮਿਊਨੀਕੇਸ਼ਨ ਹੀ ਹੈਗੀ ਆ, ਤਾਂ ਲੀਡਰ ਸਾਰਿਆਂ ਨੂੰ ਸਿਰਫ ਆਰਡਰ ਦੇ ਰਿਹਾ ਇੱਥੇ। ਨੈਕਸਟ ਦੇਖੋ ਇਹਦੇ ਵਿੱਚ ਇਹਦੀਆਂ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ। ਸਭ ਤੋਂ ਪਹਿਲਾਂ ਹੈ ਆਪਣੇ ਕੋਲੇ ਡਿਸੀਜ਼ਨਸ ਕੈਨ ਬੀ ਮੇਡ ਪ੍ਰੋਮਪਟਲੀ, ਇਹਦੇ ਵਿੱਚ ਅਸੀਂ ਬਹੁਤ ਤੇਜ਼ੀ ਨਾਲ ਬਹੁਤ ਜਲਦੀ ਨਾਲ ਜਿਹੜੇ ਡਿਸੀਜ਼ਨ ਆ ਉਹ ਲੈ ਪਾਉਂਦੇ ਹਾਂ। ਨੈਕਸਟ ਹੈ ਇਹਦੇ ਵਿੱਚ ਅਗਲਾ ਬੈਨੀਫਿਟ ਡਿਊ ਟੂ ਦਾ ਇਨਫਲੂਐਂਸ ਆਫ ਲੀਡਰ ਐਂਡ ਫੀਅਰ ਆਫ ਪਨਿਸ਼ਮੈਂਟ ਪ੍ਰੋਡਕਟੀਵਿਟੀ ਆਫ ਲੇਬਰ ਇੰਪਰੂਵਸ। ਹੁਣ ਇੱਥੇ ਲੀਡਰ ਦਾ ਪ੍ਰਭਾਵ ਹੋਣ ਕਰਕੇ ਜਾਂ ਉਹਦੇ ਤੋਂ ਲੀਡਰ ਤੋਂ ਡਰ ਹੋਣ ਕਰਕੇ ਜਿਹੜੀ ਪ੍ਰੋਡਕਟੀਵਿਟੀ ਆ ਲੇਬਰ ਦੀ ਉਹ ਵੱਧ ਜਾਂਦੀ ਆ। ਐਜ਼ ਦਾ ਲੀਡਰ ਇਜ਼ ਵੈਰੀ ਪਾਵਰਫੁਲ ਇਨ ਦਾ ਆਰਗੇਨਾਈਜੇਸ਼ਨ ਹਿਜ਼ ਸੈਲਫ ਕੌਨਫੀਡੈਂਸ ਐਂਡ ਮੋਰਾਲ ਆਰ ਵੈਰੀ ਹਾਈ। ਹੁਣ ਦੇਖੋ ਆਰਗੇਨਾਈਜੇਸ਼ਨ ਦੇ ਵਿੱਚ ਲੀਡਰ ਦਾ ਰੋਲ ਕਾਫੀ ਪਾਵਰਫੁਲ ਆ ਇਸ ਤਰ੍ਹਾਂ ਦੇ ਜਿਹੜੇ ਲੀਡਰਸ਼ਿਪ ਸਟਾਈਲ ਦੇ ਵਿੱਚ, ਤਾਂ ਉਸ ਲੀਡਰ ਦਾ ਜਿਹੜਾ ਸੈਲਫ ਕੌਨਫੀਡੈਂਸ ਅਤੇ ਮੋਰਾਲ ਆ ਉਹ ਕਾਫੀ ਹਾਈ ਹੁੰਦਾ। ਦੇਰ ਇਜ਼ ਨੋ ਡਿਲੇ ਇਨ ਦਾ ਪਰਫੋਰਮੈਂਸ ਆਫ ਫੰਕਸ਼ਨਸ, ਕੰਮ ਕਰਨ ਦੇ ਸਮੇਂ ਕੋਈ ਵੀ ਡਿਲੇ ਨਹੀਂ ਹੁੰਦੀ, ਹਰ ਇੱਕ ਆਪਦਾ ਟਾਈਮ 'ਤੇ ਸਮੇਂ 'ਤੇ ਕੰਮ ਪਰਫੋਰਮ ਕਰਦਾ। ਹੁਣ ਇਹਦੇ ਵਿੱਚ ਕੁਛ ਡਿਸਐਡਵਾਂਟੇਜਸ ਵੀ ਨੇ। ਫਸਟ ਹੈ ਇਟ ਹੈਜ਼ ਹਾਈਲੀ ਐਡਵਰਸ ਇਫੈਕਟ ਔਨ ਦਾ ਮੋਟੀਵੇਸ਼ਨ ਆਫ ਇੰਪਲੋਈਜ਼। ਹੁਣ ਦੇਖੋ ਇੰਪਲੋਈਜ਼ ਡਰ ਕੇ ਕੰਮ ਕਰ ਰਹੇ ਆ ਤਾਂ ਉਹਨਾਂ ਦੀ ਮੋਟੀਵੇਸ਼ਨ ਦੇ ਉੱਪਰ ਕਾਫੀ ਬੁਰਾ ਪ੍ਰਭਾਵ ਪਊਗਾ, ਐਡਵਰਸ ਇਫੈਕਟ ਪਊਗਾ। ਇੰਪਲੋਈਜ਼ ਲੂਜ਼ ਇਨੀਸ਼ੀਏਟਿਵ ਐਂਡ ਡਿਸਸੈਟਿਸਫੈਕਸ਼ਨ ਸਪਰੈਡ ਅਮੰਗ ਦੈਮ। ਇੰਪਲੋਈਜ਼ ਇਨੀਸ਼ੀਏਟਿਵ ਲੂਜ਼ ਕਰ ਦਿੰਦੇ ਆ, ਮਤਲਬ ਉਹ ਖੁਦ ਉੱਠ ਕੇ ਨਹੀਂ ਕਹਿੰਦੇ ਵੀ ਆਪਾਂ ਇਹ ਕੰਮ ਨੂੰ ਐਂ ਕਰ ਲਈਏ ਜਾਂ ਆਪਾਂ ਕੰਮ ਨੂੰ ਕੰਟੀਨਿਊ ਕਰ ਲਈਏ, ਮਤਲਬ ਉਹ ਡੀਮੋਟੀਵੇਟ ਜਿਹੇ ਹੁੰਦੇ ਆ ਐਂਡ ਉਹਨਾਂ ਸਾਰਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਅਸੰਤੁਸ਼ਟੀ ਫੈਲ ਜਾਂਦੀ ਹੈ, ਡਿਸਸੈਟਿਸਫੈਕਸ਼ਨ ਫੈਲ ਜਾਂਦੀ ਆ। ਦ ਲੀਡਰ ਬਿਕਮਸ ਵੈਰੀ ਪਾਵਰਫੁਲ ਐਂਡ ਹੈਂਸ ਹੀ ਐਕਸਪਲੋਇਟ ਦਾ ਇੰਪਲੋਈਜ਼। ਕਈ ਵਾਰ ਜਿਹੜਾ ਲੀਡਰ ਆ ਆਟੋਕ੍ਰੈਟਿਕ ਦਾ ਮਤਲਬ ਵੈਸੇ ਸ਼ੁੱਧ ਪੰਜਾਬੀ 'ਚ ਇਹ ਹੁੰਦਾ ਤਾਨਾਸ਼ਾਹੀ ਕਰਨਾ, ਠੀਕ ਆ। ਸੋ ਕਈ ਵਾਰ ਲੀਡਰ ਕੀ ਕਰਦਾ ਵਾ ਜਿਹੜੇ ਆਪਦੇ ਇੰਪਲੋਈਜ਼ ਆ ਉਹਨਾਂ ਦੇ ਉੱਪਰ ਜਾਣ ਬੁੱਝ ਕੇ ਰੋਹਬ ਵੀ ਮਾਰਦਾ, ਉਹਨਾਂ ਨੂੰ ਐਕਸਪਲੋਇਟ ਕਰਦਾ। ਐਕਸਪਲੋਇਟ ਕਰਨ ਦਾ ਮਤਲਬ ਹੁੰਦਾ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਣਾ, ਠੀਕ ਆ। ਨੈਕਸਟ ਹੈ ਦੇਰ ਇਜ਼ ਆਲਵੇਜ਼ ਅ ਫੀਅਰ ਆਫ ਪਨਿਸ਼ਮੈਂਟ ਟੂ ਦਾ ਇੰਪਲੋਈਜ਼। ਇੰਪਲੋਈਜ਼ ਫਰੀ ਮਾਈਂਡ ਦੇ ਨਾਲ ਕੰਮ ਨਹੀਂ ਕਰ ਪਾਉਂਦੇ, ਉਹਨਾਂ ਦੇ ਮਨ 'ਚ ਹਮੇਸ਼ਾ ਡਰ ਲੱਗਿਆ ਰਹਿੰਦਾ ਵੀ ਸਾਨੂੰ ਪਨਿਸ਼ਮੈਂਟ ਮਿਲ ਸਕਦੀ ਹੈ ਸਾਡੇ ਲੀਡਰ ਤੋਂ, ਠੀਕ ਆ। ਸੋ ਇੱਥੇ ਤੱਕ ਆਪਣਾ ਇਹ ਫਸਟ ਸਟਾਈਲ ਹੋ ਗਿਆ। ਇਸ ਤੋਂ ਬਾਅਦ ਸੈਕਿੰਡ ਐਂਡ ਥਰਡ ਪੁਆਇੰਟ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ।